श्री वाहिगुरु साहिब जीओ। श्री मुख तिह की साथ बखाना, आगे कहाँ करत तू खाना। श्री मुख तिह की साथ बखाना, आगे कहाँ करत तू खाना। सतनाम सिरे वाहेगुरु जी। बंदना को लेती बंदता को देत जन, प्रीत लेत देत है प्रतीत सुख सेत है। भाओ और लेती बड़ो पर पाओ देते आप, निर्गुण पद देत गुण देख लेत है। थोड़ी जई भेट लेत जम कियो भेट देत, सतगुर नानक जी कर नानके तुम्हें। हंता लेत दासन की अहं ब्रह्म दे तोर, मान लेत चरण में मुकत को देता है। एकांकारा सतगुरु ते प्रसाद सच होई। भोए गुरु जी के फतेह विघ्न विनाशन सोई। भोए गुरु जी की फतेह विघ्न विनाशन सोई। भोए गुरु जी का खालसा वाहिगुरु जी की फतेह। परम सत्कार जोग गुरु रूप खालसा साध संगत जी, जितने भी माई भाई नेमी प्रेमी दूरों नेड़े चल करके महापुरखों दे पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दे चरनां 'च हाज़री लवाउण वास्ते अपनी अचित विरतियां बाहरों कागर करन दी खिचड़ करो। भगत वशल पतत पावन दीना बंदो तिन्ने लोगां दे मालिक सांझे रहबर निरंकारी जोत श्री गुरु गोबिंद सिंह जी महाराज दी पावन कथा चल रही है। पिछले प्रकरण दे विच असीं यह विचार सरवण कीती। दशमेश पिता जदों चल करके बठिंडे दे किले दे विच पहुँचे सन, इस थां ते बड़े लंबे समय तो काना जिहड़ा दिओ अपने बहुत वड्डे परिवार दे समेत बस रहा सी। उस समय सतगुरु जी ने कैसी खेल वरताउण वास्ते पंडित तो पुछया भी दस इस काले दिओ नूं बठिंडे दे किले चों बाहर किवें कढिया जा सकदा है। सतगुरु जी ने बेअंत करामाता शक्तियां दे मालक उस समय कहने लग्या, महाराज आप दी तां दृष्टि दे विच ही बड़ी ताकत है। पहले स्वरूपां दे विच भी आपने ऐसे जड़े कौतक बरताए हन। सतगुरु अर्जन देव जी महाराज ने भी भाई बहलों नूं सेवा ते प्रसन्न हो के ये चारे दिशा दे जेड़े भूत प्रेत बख्शे हुए सन। इसी तरह जदों सतगुरु अंगद देव जी महाराज ने तीसरे पातशाह नूं भाई गोंदे दी धरती दे उपर भेजिया, उस समय सतगुरु अमरदास महाराज कहने लगे सच्चे पातशाह भी उत्थे तां बड़े भूत प्रेत जन बदरूआं ने अपने डेरे लगाए हुए ने। अपना नगर उन्होंने
ਕਿਵੇਂ ਵਸਣ ਦੇਣਾ ਹੈ। ਪਹਿਲਾਂ ਜੋ ਵੀ ਦਿਨ ਦੇ ਮੌਕੇ ਕੰਧਾਂ ਕਰਨੀਆਂ ਤੇ ਰਾਤੋਂ ਰਾਤ ਪਤਾ ਨਹੀਂ ਸੀ ਲੱਗਦਾ ਵੀ ਕਿਸ ਨੇ ਕੰਧਾਂ ਦੀ ਇੱਟ ਇੱਟ ਕਰ ਦਿੱਤੀ ਹੈ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇੱਕ ਆਪਣੀ ਛੜੀ ਪਕੜਾਈ, ਬਾਬਾ ਅਮਰਦਾਸ ਜੀ ਨੂੰ ਕਹਿਣ ਲੱਗਿਆ ਉੱਥੇ ਜਾ ਕਰ ਕੇ ਹਿਲਾ ਦੀ। ਕੋਈ ਵੀ ਹੈ ਜਿਹੜੇ ਭੂਤ ਪ੍ਰੇਤ ਬਦਰੂਹਾਂ ਤੁਹਾਡੇ ਅੱਗੇ ਅੜ ਨਹੀਂ ਸਕਣਗੀਆਂ। ਜਿਵੇਂ ਜਿਵੇਂ ਛਟੀ ਲਾਓਗੇ ਨਾ ਉਵੇਂ ਉਵੇਂ ਉਹਨਾਂ ਦੇ ਸਰੀਰ ਨੂੰ ਅੱਗ ਦੇ ਸਮਾਨ ਬੜਾ ਸੇਕ ਲੱਗਣ ਲੱਗ ਜਾਏਗਾ। ਇਹ ਜਿਹੜਾ ਕਾਣਾ ਦਿਓ ਕਹਿਣ ਲੱਗਿਆ ਮਹਾਰਾਜ ਪਹਿਲਾਂ ਅਸੀਂ ਗੋਇੰਦਵਾਲ ਸਾਹਿਬ ਦੇ ਵਿੱਚ ਰਹਿੰਦੇ ਸੀ, ਉੱਥੋਂ ਆ ਕਰਕੇ ਆ ਕਿਲ੍ਹੇ ਦੇ ਵਿੱਚ ਆਪਣੇ ਡੇਰੇ ਲਗਾਏ ਹਨ। ਕਿਤਨਾ ਟਾਈਮ ਸਾਨੂੰ ਇੱਥੇ ਬਸਦਿਆਂ ਹੋਇਆ ਬਤੀਤ ਹੋ ਚੁੱਕੇ ਹੈ। ਪਰ ਉਹ ਸਮੇਂ ਜਿਹੜੀ ਸੀ ਮਾਲਵੇ ਦੀ ਧਰਤੀ, ਉਹਨੇ ਇੱਕ ਕੰਨਿਆ ਦਾ ਰੂਪ ਧਾਰਨ ਕਰਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਇਹ ਜਿਹੜਾ ਕਾਣਾ ਦਿਓ ਬੜਾ ਲੋਕਾਂ ਦਾ ਨੁਕਸਾਨ ਕਰਦਾ ਹੈ। ਸਤਿਗੁਰੂ ਜੀ ਨੇ ਉਸ ਸਮੇਂ ਜਦੋਂ ਪੰਡਤ ਦੇ ਕੋਲੋਂ ਇਹ ਗੱਲਬਾਤ ਪੁੱਛੀ, ਸਤਿਗੁਰੂ ਜੀ ਨੇ 5 ਗੁਰ ਸਿੱਖਾਂ ਨੂੰ ਮਗੈਰ ਪਿੰਡ ਦੇ ਵਿੱਚ ਇੱਕ ਜਿਹੜਾ ਸੀ ਸਾਨ ਲੈਣ ਵਾਸਤੇ ਭੇਜਿਆ। ਅੱਗੋਂ ਉੱਥੇ ਜਿਹੜੇ ਬਹੁਤ ਸਾਰੇ ਜ਼ਿਮੀਂਦਾਰ ਮੋਟੀ ਮੱਤ ਵਾਲੇ ਬਾਹਰ ਖੜ੍ਹੇ ਸੀ। ਕਹਿਣ ਲੱਗੇ ਵੀ ਆਪਾਂ ਆ ਜਿਹੜਾ ਇੱਕ ਸੰਡਾ ਮਾਰ ਖੁੰਡਾਹਾ ਆਪਣੇ ਪਿੰਡ ਦੇ ਵਿੱਚ ਰਹਿੰਦਾ ਹੈ, ਇਹਦੇ ਵਾਲੇ ਇਸ਼ਾਰਾ ਕੀਤਾ। ਉਹ ਸਾਹਮਣੇ ਵੀ ਬੇਰੀ ਦੇ ਨਾਲ ਜਿਹੜਾ ਖੜਿਆ ਹੋ ਕਰਕੇ ਕਹਿ ਰਿਹਾ ਸੀ। ਕਹਿਣ ਲੱਗੇ ਇਹਨੂੰ ਲੈ ਜਾਓ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਪਰ ਜਦੋਂ ਜਾ ਕਰਕੇ ਇਹਨਾਂ ਨੇ ਸਤਿਗੁਰੂ ਜੀ ਦਾ ਨਾਮ ਲਿਆ, ਜਿਹੜਾ ਸੀ ਬੜਾ ਦੁਖਦਾਈ ਲੋਕਾਂ ਦੇ ਟੱਕਰਾਂ ਮਾਰਨ ਵਾਲਾ, ਉਸੇ ਵਕਤ ਸਿੱਧਾ ਹੋ ਕਰਕੇ ਤੁਰ ਪਿਆ ਸੀ। ਵੈਸੇ ਸਤਿਗੁਰੂ ਜੀ ਭਾਵੇਂ ਇਹੋ ਜਿਹੀਆਂ ਬਲੀਆਂ ਤਾਂ ਕਿੱਥੇ ਦੇਣੀਆਂ ਸਨ। ਉਸ ਸਮੇਂ ਇਹ ਜਿਹੜਾ ਕਾਣਾ ਦਿਓ ਮਹਾਰਾਜ ਦੇ ਅੱਗੇ ਆ ਕਰਕੇ ਹੱਥ ਜੋੜਨ ਲੱਗ ਪਿਆ, ਸੱਚੇ ਪਾਤਸ਼ਾਹ ਵੀ ਅਜੇ ਤਾਂ ਅਸੀਂ ਕੁਝ ਖਾਧਾ ਪੀਤਾ ਨਹੀਂ, ਭੁੱਖੇ ਤੇ ਆਏ ਬੈਠੇ ਆ, ਆਪ ਕਿਰਪਾ ਕਰੋ। ਉਹ ਸਮੇਂ ਸਤਿਗੁਰੂ ਜੀ ਨੇ ਫਿਰ ਇਸ ਦੇ ਪਾਸੋਂ ਸਾਰੀ ਵਾਰਤਾ ਪੁੱਛਣੀ ਕੀਤੀ ਸੀ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਮੁਖ ਤਿਹ ਕੀ ਸਾਥ ਬਖਾਨਾ। ਉਸ ਸਮੇਂ ਸਤਿਗੁਰੂ ਜੀ ਆਪਣੀ ਮੌਤ ਦੇ ਵਿੱਚ ਆ ਕੇ ਇਹ ਕਾਣੇ ਦਿਓ ਨੂੰ ਪੁੱਛਣ ਲੱਗੇ ਸਨ, ਆਗੇ ਕਹਾਂ ਕਰਤ ਤੂੰ ਖਾਨਾ। ਵੀ ਅੱਗੇ ਤੁਸੀਂ ਰੋਜ਼ਾਨਾ ਕਿਹੜੀ ਖੁਰਾਕ ਖਾ ਕਰਕੇ ਆਪਣੇ पेट नो भर देओ। आज नहीं कैसे तुम बनियो हो अज तुसी उस तरह किमें दिन चढ़दे तक भुखे बैठे हो ते पहला किहड़ा भोजन और जाना तुसी सारी रल मिल करके छड्डदे हो। सुन के देव गुरु संग भनियो। सुन करके काणे दिओ ने सारी जिहड़ी अपनी गल बात
ਮਹਾਰਾਜ ਦੇ ਪਾਸ ਦੱਸੀ ਹੈ। ਮਹਾਰਾਜ ਫਿਰ ਕੈ ਇਸ ਦੇਸ਼। ਸੱਚੇ ਪਾਤਸ਼ਾਹ ਵੀ ਅਸੀਂ ਤਾਂ ਸਾਰੇ ਇਸ ਦੇਹ ਦੇ ਵਿੱਚ ਚਾਰੇ ਪਾਸੇ ਬੜੀ ਦੌਰ ਦੌਰ ਘੁੰਮਦੇ ਰਹਿੰਦੇ ਆ। ਵਿਚਰਤ ਜਿਤ ਕਿਤ ਖਾਤ ਵਿਸ਼ੇਸ਼। ਜਿੱਥੇ ਕਿਤੇ ਵੀ ਸਾਨੂੰ ਕੋਈ ਅੰਨ ਵਗੈਰਾ ਮਿਲ ਜਾਏ ਉਹਨੂੰ ਖਾ ਕਰਕੇ ਆਪਣਾ ਪੇਟ ਭਰ ਲੈਂਦਾ ਹੈ। ਅੰਨ ਹਜ਼ਾਰ ਹੋ ਮਨ ਕੋ ਭੋਜਨ। ਹੁਣ ਸਾਡਾ ਕੋਈ 2-4 ਕਿਲੋ ਜਾਂ ਕੁਇੰਟਲਾਂ ਮੜਾ ਦੇ ਨਾਲ ਗੁਜ਼ਾਰਾ ਤਾਂ ਨਹੀਂ ਹੁੰਦਾ। ਇੱਥੇ ਤਾਂ ਹੁਣ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਨ ਖਾ ਕੇ ਫਿਰ ਸਾਡੇ ਕਿਤੇ ਪੇਟ ਭਰਦੇ ਹਨ। ਦੀਕਤ ਪਿਰੋਂ ਅਸੁਚ ਹੋਈ ਜੋ ਜਨ। ਪਰ ਮੈਂ ਇਹ ਜਦੋਂ ਵੀ ਕਿਤੇ ਇਲਾਕੇ ਦੇ ਵਿੱਚ ਘੁੰਮ ਫਿਰ ਕੇ ਦੇਖ ਲੈਂਦਾ ਵੀ ਇਸ ਘਰ ਦੇ ਵਿੱਚ ਕੋਈ ਸੁੱਚਰ ਨਹੀਂ, ਪਵਿੱਤਰਤਾ ਨਹੀਂ, ਜਿੱਥੇ ਹਰ ਵਕਤ ਇਹੋ ਜਿਹੀਆਂ ਨਿਸ਼ਦ ਵਸਤੂਆਂ ਦੀ ਵਰਤੋਂ ਹੁੰਦੀ ਹੈ ਵੀ ਰੋਜ਼ਾਨਾ ਜਿੱਥੇ ਸ਼ਰਾਬ ਕਬਾਬ ਦੇ ਦੌਰ ਚੱਲਦੇ ਹਨ। ਜਿੱਥੇ ਵੀ ਮੈਨੂੰ ਇਹੋ ਜਿਹਾ ਕੋਈ ਘਰ ਫਿਰਦੇ ਫਿਰਦੇ ਨੂੰ ਲੱਭ ਪੈਂਦਾ ਹੈ। ਸਤਿਗੁਰ ਹਰ ਨਾਮ ਨਾ ਕਹੈ। ਜਿੱਥੇ ਹੁਣ ਕੋਈ ਵੀ ਪਰਮਾਤਮਾ ਦਾ ਨਾਮ ਭੁੱਲ ਭੁਲੇਖੇ ਵੀ ਆਪਣੀ ਰਸਨਾ ਤੋਂ ਉਚਾਰਨ ਨਹੀਂ ਕਰਦੇ ਹਨ। ਤਿਨ ਤੇ ਛੀਨਾ ਖਾਤ ਹਮ ਰਹੈ। ਹੁਣ ਉਹਨਾਂ ਦੇ ਕੋਲ ਅਸੀਂ ਮਨ ਭਾਉਂਦਾ ਅੰਨ ਖੋ ਕਰਕੇ ਆਪਣੇ ਪੇਟ ਭਰਦੇ ਆ। ਆਜ ਪ੍ਰਾਤ ਹੀ ਮੋਹਿ ਨਿਕਾਰ ਹੋ। ਸੱਚੇ ਪਾਤਸ਼ਾਹ ਵੀ ਅੱਜ ਆ ਮੈਨੂੰ ਸਵੇਰੇ ਹੀ ਆ ਕੇ ਇਸ ਕਿਲੇ ਦੇ ਵਿੱਚੋਂ ਆਪ ਜੀ ਨੇ ਕੱਢਣ ਦੇ ਲਈ ਤਿਆਰੀ ਕਰ ਲਈ ਹੈ। ਨਹਿ ਕਿਤ ਤੀ ਕਰ ਲੀਨ ਆਹਾਰੋ। ਅਜੇ ਤੱਕ ਅਸੀਂ ਕਿਤੋਂ ਵੀ ਕੋਈ ਜਿਹੜਾ ਅੰਨ ਵਗੈਰਾ ਨਹੀਂ ਖਾਦਾ ਹੈ। ਸ਼੍ਰੀ ਮੁਖ ਕਹਿਓ ਅਬਹਿ ਤੂੰ ਜਾਹੋ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗਾ ਵੀ ਦੇਖ ਹੁਣ ਤਾਂ ਹੁਕਮ ਮੰਨ ਕਰਕੇ ਸਾਡਾ ਤੈਨੂੰ ਹੁਣ ਹੀ ਇੱਥੋਂ ਆਪਣੇ ਡੇਰੇ ਕੋਚ ਕਰਨੇ ਹੀ ਪੈਣੇ ਹਨ। ਹੈ ਮਸੂਰਪੁਰ ਤੁਮਰੇ ਰਾਹੋ। ਰਾਹ ਦੇ ਵਿੱਚ ਇੱਕ ਮਸੂਰਪੁਰ ਪਿੰਡ ਆਵੇਗਾ। ਤਹਾਂ ਦੁਪਹਿਰਾ ਕਰ ਵਿਸ਼ਰਾਮੋ। ਉੱਥੇ ਜਾਂਦਿਆਂ ਤੁਸੀਂ ਸਾਰਿਆਂ ਨੇ ਆਪਣਾ ਦੁਪਹਿਰਾ ਬਤੀਤ ਕਰ ਲੈਣਾ ਹੈ। ਸੰਧਿਆ ਕਹੋ ਸਿਰੰਦ ਕਰ ਧਾਮੂ। ਸੰਧਿਆ ਹੋਣ ਤੋਂ ਪਹਿਲਾਂ ਤੁਸੀਂ ਚੱਲ ਕਰਕੇ ਜਿਹੜੀ ਗੁਰੂ ਮਾਰੀ ਸਰਹੰਦ ਹੈ ਉਸ ਇਲਾਕੇ ਦੇ ਵਿੱਚ ਪਹੁੰਚ ਜਾਣਾ ਹੈ। ਸੁਣਤ ਹੁਕਮ ਕੋ ਕੀਨ ਪਿਆਨਾ। ਉਸ ਵਕਤ ਸਤਿਗੁਰੂ ਜੀ ਦਾ ਹੁਕਮ ਸੁਣ ਕੇ ਕਾਲੇ ਦਿਓ ਨੇ ਤਿਆਰੀ ਕਰ ਲਈ। ਜਿਹੜਾ ਵਿਚਾਰਾ ਪਹਿਲਾਂ ਹੀ ਸਤਿਗੁਰੂ ਜੀ ਦੀ ਆਗਿਆ ਮੰਨਣ ਵਾਸਤੇ ਤਿਆਰ ਬੈਠਾ ਹੈ, ਫਿਰ ਉੱਥੇ ਉਹ ਜੀਆਂ ਬਲੀਆਂ ਦੇਣ ਦੀ ਬਾਕੀ ਕੀ ਲੋੜ ਰਹਿ ਗਈ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਇਹ ਬਚਨ ਇਸ ਗ੍ਰੰਥ ਦੀ ਜਿਹੜੀ ਟਿੱਕਾ ਟਿੱਪਣੀ ਦੇ ਵਿੱਚ ਲਿਖੇ ਹੋਏ ਹਨ ਵੀ ਇਹੋ ਜਿਹੀਆਂ ਬਦਰੂਆਂ ਇਹ ਤਾਂ ਸਤਿਗੁਰੂ ਜੀ ਦੇ ਹੁਕਮ ਦੇ ਵਿੱਚ ਸਦਾ ਵਾਸਤੇ ਹੀ ਚੱਲਦੀਆਂ ਹਨ। ਜੇ ਵਿਚਾਰੇ ਨੂੰ ਹੁਣ ਉਹਦੀ ਭੁੱਖ ਦਾ ਦੂਰ ਨਹੀਂ ਹੋਈ ਫਿਰ ਬਲੀ ਦੇਣ ਦੀ ਬਾਕੀ ਕੀ ਜ਼ਰੂਰਤ ਹੈ। ਇਹੋ ਜਿਹੀਆਂ ਗੱਲਾਂ ਬਾਤਾਂ ਕਈ ਜਿਹੜੇ ਚਲਾਕ ਪੰਡਤਾਂ ਨੇ ਇਤਿਹਾਸ ਦੇ ਵਿੱਚ ਪਾ ਦਿੱਤੀਆਂ ਹਨ। ਸੋ ਕਈ ਦਫਾ ਜਿਹੜੀ ਸਹੀ ਖਬਰ ਭਾਈ ਸਾਹਿਬ ਦੇ ਪਾਸ ਵੀ ਨਹੀਂ ਪਹੁੰਚਦੀ। ਸੁਣਾ ਕਰਕੇ ਕਵੀ ਜੀ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸਾਖੀਆਂ ਆਪਣੇ ਵੱਲੋਂ ਲਿਖ ਦਿੰਦੇ ਹਨ। ਜੇ ਹੁਣ ਉਸ ਸਾਹ ਦੀ ਬਲੀ ਦੇ ਦਿੱਤੀ ਹੁੰਦੀ ਫਿਰ ਵਿਚਾਰੇ ਨੂੰ ਭੁੱਖ ਕਿੱਥੇ ਲੱਗਣੀ ਸੀ, ਉਹ ਰੱਜ ਜਾਂਦਾ। ਪਰ ਇਹ ਜਿਹੜੇ ਇਹੋ ਜਿਹੇ ਭੂਤ ਪ੍ਰੇਤ ਕਾਣਾ ਦਿਓ ਇਹਨੇ ਉਸੇ ਵਕਤ ਮਹਾਰਾਜ ਦੇ ਹੁਕਮ ਦੇ ਅੱਗੇ ਆਪਣਾ ਸਿਰ ਝੁਕਾ ਦਿੱਤਾ ਸੀ। ਕਰ ਬੰਦਨਾ ਨਿਜ ਹਿਤ ਕੋ ਮਾਨਾ।
ਉਸ ਸਮੇਂ ਨੇ ਸਤਿਗੁਰੂ ਜੀ ਦੇ ਅੱਗੇ ਮੱਥਾ ਟੇਕਿਆ। ਹੁਕਮ ਮੰਨਣ ਦੇ ਵਿੱਚ ਹੀ ਇਹਨੇ ਆਪਣਾ ਭਲਾ ਜਾਣ ਲਿਆ ਸੀ। ਸ਼੍ਰੀ ਪ੍ਰਭ ਕੀ ਨਾ ਤਿਸੀ ਥਲ ਡੇਰਾ। ਸਤਿਗੁਰੂ ਜੀ ਨੇ ਇਹ ਬਠਿੰਡੇ ਦੇ ਕਿਲੇ ਦੇ ਵਿੱਚ ਹੀ ਆਪਣੇ ਡੇਰੇ ਲਗਾ ਲਏ ਸਨ। ਬਿਸਮਤ ਲੋਕ ਸੁਣਤ ਜਿਨ ਹੀਰਾ। ਜਿਨ੍ਹਾਂ ਨੇ ਇਹ ਵਾਰਤਾ ਕੰਨਾਂ ਦੇ ਨਾਲ ਸੁਣੀ ਜਾਂ ਫਿਰ ਜਿਹੜੇ ਉਸ ਵਕਤ ਸਤਿਗੁਰੂ ਜੀ ਦੇ ਚਰਨਾਂ 'ਚ ਬੜੀਆਂ ਸੰਗਤਾਂ ਹਾਜ਼ਰ ਬੈਠੀਆਂ ਸੀ, ਦੇਖ ਕਰਕੇ ਸਾਰੇ ਬੜੇ ਹੈਰਾਨ ਹੋ ਗਏ ਵੀ ਦੇਖੋ ਸਤਿਗੁਰੂ ਜੀ ਦੇ ਹੁਕਮ ਦੇ ਵਿੱਚ ਤਾਂ ਵੱਡੇ ਵੱਡੇ ਜਿਹੜੇ ਹੋ ਜੇ ਕਾਣੇ ਦਿਓ ਵੀ ਸਦਾਬਾਦ 'ਤੇ ਚੱਲਦੇ ਹਨ। ਕਿਤਨਾ ਭਲਾ ਮਹਾਰਾਜ ਨੇ ਸਾਡੇ ਸਾਰੇ ਇਲਾਕੇ ਦਾ ਹੀ ਕਰ ਦਿੱਤਾ ਹੈ। ਮਹਾਰਾਜ ਕੀ ਸਤੁਤ ਸੁਣਾਵੇ। ਸਾਰੇ ਇਲਾਕੇ ਦੇ ਵਿੱਚ ਥਾਂ ਥਾਂ 'ਤੇ ਸਤਿਗੁਰੂ ਜੀ ਦੀ ਵਡਿਆਈ ਫੈਲ ਚੁੱਕੀ ਹੈ। ਇਨਕੇ ਕਾਜ ਇਨਹੋਂ ਬਨ ਆਵੇ। ਸਿਆਣੇ ਸਿਆਣੇ ਗੁਰ ਸਿੱਖ ਸੋਚਦੇ ਨੇ ਵੀ ਸਾਡੇ ਵਰਗੇ ਕਲਯੁਗੀ ਜੀਵ ਸਤਿਗੁਰੂ ਜੀ ਦੀ ਮਹਿਮਾ ਨੂੰ ਕਿਵੇਂ ਸਮਝ ਸਕਦੇ ਹਨ। ਦੋਹਰਾ ਖਾਨ ਪਾਨ ਕਰ ਰਾਤ ਕੋ ਥਿਰ ਪਰਿਅੰਕ ਪਰ ਸੋਈ। ਰਾਤ ਦੇ ਟਾਈਮ 'ਤੇ ਸਤਿਗੁਰੂ ਜੀ ਨੇ ਲੰਗਰ ਪਾਣੀ ਛਕ ਕੇ ਬੜੇ ਸੋਹਣੇ ਪਲਗੇ ਦੇ ਉੱਪਰ ਆਰਾਮ ਕਰ ਲਿਆ ਸੀ। ਉਤਰੀ ਤਰੀ ਸੋ ਦੁਰਗ ਕੀ ਹੋਤੀ ਵਪਾਰੀ ਕੋਈ। ਇਸ ਕਿਲੇ ਦੇ ਥੋੜ੍ਹੇ ਪਾਸੇ ਥੋੜ੍ਹੀ ਦੂਰੀ 'ਤੇ ਬਹੁਤ ਸਾਰੇ ਜਿਹੜੇ ਵਪਾਰੀ ਲੋਕ ਉਤਰੇ ਹੋਏ ਸਨ। ਚੌਪਈ ਤਿੰਨ ਸੱਸੀ ਪੁੰਨੂ ਕੋ ਗਾਇਓ। ਉਹ ਰਾਤ ਦੇ ਟਾਈਮ 'ਤੇ ਜੋ ਸੱਸੀ ਔਰ ਪੁੰਨੂ ਉਹਦਾ ਜਿਹੜਾ ਕਿੱਸਾ ਬੜੀ ਬੁਲੰਦ ਆਵਾਜ਼ ਦੇ ਨਾਲ ਗਾਉਣ ਲੱਗ ਪਏ ਸੀ। ਬਾਰ ਬਾਰ ਕਰ ਰਾਗ ਬਸਾਇਓ। ਹੋਰ ਬੜੇ ਪ੍ਰੇਮ ਦੇ ਵਿੱਚ ਆ ਕਰਕੇ ਇਹਨਾਂ ਨੇ ਆਪਣੀ ਰਾਤ ਲੰਘਾਉਣੀ ਸੀ। ਬਹੁਤ ਸਾਰੇ ਜਿਹੜੇ ਵਪਾਰੀ ਰਾਤ ਦੇ ਵਕਤ ਸੱਸੀ ਔਰ ਜਿਹੜਾ ਪੁੰਨੂ ਦਾ ਕਿੱਸਾ ਬੜੇ ਪ੍ਰੇਮ ਦੇ ਵਿੱਚ ਆ ਕਰਕੇ ਗਾਉਣ ਲੱਗ ਪਏ ਨੇ। ਰਾਤ ਵਿਖੈ ਰਸ ਕੋ ਬਹੁ ਕੀਨ। ਇੱਕ ਤਾਂ ਟਿੱਕੀ ਰਾਤ ਦੇ ਵਿੱਚ ਇਹਨਾਂ ਦੀ ਆਵਾਜ਼ ਬੜੀ ਦੂਰ ਤੱਕ ਸੁਣਾਈ ਦਿੰਦੀ ਸੀ। ਫਿਰ ਪਰਿਅੰਕ ਸੁਨ ਗੁਰੂ ਪਰਬੀਨ। ਉਸ ਸਮੇਂ ਇਹਨਾਂ ਵਪਾਰੀਆਂ ਦੀ ਜਿਹੜੀ ਆਵਾਜ਼ ਹੁਣ ਸਤਿਗੁਰੂ ਜੀ ਦੇ ਕੰਨ ਦੇ ਵਿੱਚ ਵੀ ਪੈੜ ਲੱਗ ਪਈ ਹੈ, ਜਿਨ੍ਹਾਂ ਨੇ ਇੱਕ ਧਾਰਮਿਕ ਰੂਪ ਦੇ ਵਿੱਚ ਜਿਹੜਾ ਸੱਸੀ ਔਰ ਪੁੰਨੂ ਦਾ ਕਿੱਸਾ ਗਾਉਣਾ ਸ਼ੁਰੂ ਕੀਤਾ ਹੋਇਆ ਸੀ। ਚਿਰੰਕਾਲ ਲਗ ਗਾਵਤ ਰਹਿਓ। ਹੁਣ ਇਹ ਵਿਚਾਰੇ ਆਪਣੀ ਥਕਾਵਟ ਔਰ ਜਿਵੇਂ ਕਹਿੰਦੇ ਨੇ ਵੀ ਸਮਾਂ ਟਪਾਉਣ ਵਾਸਤੇ ਕਾਫੀ ਰਾਤ ਤੱਕ ਸਾਰੇ ਹੀ ਗਾਉਂਦੇ ਰਹੇ ਸਨ। ਸਭਨ ਸੁਨਿਓ ਆਛੇ ਮਨ ਲਹਿਓ। ਜਿਵੇਂ ਜਿਵੇਂ ਕਿੱਸਾ ਸੁਣਿਆ ਦੇ ਕਰਕੇ ਸਾਰੇ ਮਨ ਦੇ ਵਿੱਚ ਬੜੇ ਹੈਰਾਨ ਹੋ ਗਏ ਸੀ। ਸੁਪਤ ਜਥਾ ਸੁਖ ਰਾਤ ਬਿਤਾਈ। ਜਦੋਂ ਮਹਾਰਾਜ ਨੇ ਵੀ ਇੱਕ ਰਾਤ ਬੜੇ ਸੁੱਖਾਂ ਦੇ ਨਾਲ ਬਤੀਤ ਕਰ ਲਈ ਹੈ। ਜਾਗੇ ਪ੍ਰਭੂ ਪ੍ਰਾਤ ਹੋਈ ਆਈ। ਜਦੋਂ ਹੋ ਗਿਆ ਥੋੜਾ ਜਿਹਾ ਪੌ ਫਟਾਲਾ, ਸਤਿਗੁਰੂ ਜੀ ਤਾਂ ਅੰਮ੍ਰਿਤ ਵੇਲੇ ਵੈਸੇ ਤਾਂ ਇਸ਼ਨਾਨ ਵਗੈਰਾ ਕਰਕੇ ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਸਾਵਧਾਨ ਹੋ ਜਾਂਦੇ ਸੀ। ਸੌਚ ਇਸ਼ਨਾਨ ਦੀਵਾਨ ਲਗਾਇਓ। ਸੌਚ ਇਸ਼ਨਾਨ ਕਰਨ ਤੋਂ ਬਾਅਦ ਮਹਾਰਾਜ ਨੇ ਥੋੜਾ ਟਾਈਮ ਸਮਾਧੀ ਦੇ ਵਿੱਚ ਬੈਠ ਕਰਕੇ ਆਨੰਦ ਮਾਣਿਆ ਸੀ। ਬੂਝਿਓ ਗੁਰੂ ਰਾਤ ਕਿਨ ਗਾਇਓ। ਉਸ ਸਮੇਂ ਸਤਿਗੁਰੂ ਜੀ ਪੁੱਛਣ ਲੱਗੇ ਗੁਰ ਸਿੱਖਾਂ ਨੂੰ ਵੀ ਆਹ ਰਾਤ ਦੇ ਟਾਈਮ ਤੇ ਆਪਣੇ ਨੇੜੇ ਹੀ ਗਾਉਣ ਦੀ ਆਵਾਜ਼ ਕਿੱਥੋਂ ਆ ਰਹੀ ਸੀ। ਸਿੰਘਨ ਕਹਿਓ ਲਾਦ ਕੋ ਲਿਆਈ। ਜਿਹੜੇ ਗੁਰ ਸਿੱਖ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਇੱਥੇ ਆਪਣੇ ਕਿਲੇ ਦੇ ਨੇੜੇ ਬਹੁਤ ਸਾਰੇ ਜਿਹੜੇ ਵਪਾਰੀ ਉੱਠਾਂ 'ਤੇ ਸਮਾਨ
ਲੱਦ ਕਰਕੇ ਉਤਰੇ ਹੋਏ ਸਨ। ਪੋਸਟਰ ਬ੍ਰਿੰਦ ਸੰਗ ਤਿਨ ਗਾਈ। ਇਹਨਾਂ ਨੇ ਆਪਣੇ ਊਠਾਂ ਦੇ ਉੱਪਰ ਜਿਹੜਾ ਬਹੁਤ ਸਾਰਾ ਵੇਚਣ ਵਾਲਾ ਸਮਾਨ ਲੱਦਿਆ ਹੋਇਆ ਹੈ, ਜਾਏ ਬੁਲਾਬੋ ਲਿਆਬੋ ਤਾਹੀ। ਉਹਨਾਂ ਨੇ ਹੀ ਜਿਹੜਾ ਇਹ ਕਿੱਸਾ ਰਾਤ ਦੇ ਟਾਈਮ ਤੇ ਬੜੀ ਮਿੱਠੀ ਆਵਾਜ਼ ਦੇ ਨਾਲ ਉਚਾਰਨ ਕੀਤਾ ਸੀ। ਸੁਨ ਕਰ ਦਾਸ ਗਇਓ ਤਿਨ ਪਾਹੀ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਵੀ ਸਾਡੇ ਪਾਸ ਬੁਲਾ ਕਰਕੇ ਲਿਆਓ ਨਾ ਵਪਾਰੀਆਂ ਨੂੰ। ਗੁਰੂ ਹਕਾਰ ਹੈ ਚਲ ਸੋ ਆਇਓ। ਜਦੋਂ ਸਤਿਗੁਰੂ ਜੀ ਦਾ ਹੁਕਮ ਸੁਣਿਆ, ਇਹ ਵੀ ਵਿਚਾਰੇ ਉਸੇ ਵਕਤ ਮਹਾਰਾਜ ਦੇ ਪਾਸ ਹਾਜ਼ਰ ਹੋ ਗਏ ਸਨ। ਦਰਸ਼ਨ ਕਰਤੀ ਸੀਸ ਨਿਵਾਇਓ। ਦੀਦਾਰ ਕਰਨ ਸਾਰ ਇਹਨਾਂ ਨੇ ਵੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ ਸੀ। ਸ਼੍ਰੀ ਪ੍ਰਭ ਭਨ ਹੈ ਰਾਤ ਜਿਮ ਗਾਵਤ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜਾ ਕਿੱਸਾ ਤੁਸੀਂ ਰਾਤ ਦੇ ਟਾਈਮ ਤੇ ਆਪਣੀ ਰਸਨਾ ਤੋਂ ਗਾਉਣਾ ਕੀਤਾ ਸੀ, ਸੱਸੀ ਪੁੰਨੋ ਰਾਗ ਬਸਾਵਤ। ਹੁਣ ਜਿਸ ਦੇ ਵਿੱਚ ਸੱਚੀ ਔਰ ਪੁੰਨੂ ਦੇ ਪ੍ਰੇਮ ਦਾ ਜ਼ਿਕਰ ਕੀਤਾ ਹੋਇਆ ਹੈ, ਬੈਠ ਇਹਾਂ ਅਬ ਗਾਵਨ ਕਰੋ। ਸਤਿਗੁਰੂ ਜੀ ਕਹਿ ਲਗੇ ਉਹ ਜਿਹੜਾ ਕਿੱਸਾ ਸਾਡੇ ਪਾਸ ਬੈਠ ਕਰਕੇ ਤੁਸੀਂ ਉਸੇ ਤਰ੍ਹਾਂ ਹੀ ਰਸਨਾ ਤੋਂ ਉਚਾਰਨ ਕਰਨਾ ਹੈ। ਤਿਸੀ ਪ੍ਰਕਾਰ ਅਧਿਕ ਰਸ ਤਰੋ। ਉਸੇ ਤਰ੍ਹਾਂ ਦੇ ਜਿਹੜਾ ਰਸ ਤੁਹਾਡੀ ਜ਼ੁਬਾਨ ਦੇ ਵਿੱਚ ਆਉਣਾ ਚਾਹੀਦਾ, ਵੀ ਜਿਵੇਂ ਰਾਤ ਬੜੇ ਪ੍ਰੇਮ ਦੇ ਵਿੱਚ ਆ ਕਰਕੇ ਉਹਨਾਂ ਦਾ ਜਿਹੜਾ ਕਿੱਸਾ ਤੁਸੀਂ ਰਸਨਾ ਤੋਂ ਗਾਇਆ ਸੀ। ਸੁਨ ਕਰ ਜੋਰਤ ਬੋਲਿਓ ਸੋਈ। ਸੁਣ ਕਰਕੇ ਜਿਹੜੇ ਵਪਾਰੀ ਮਨ ਦੇ ਵਿੱਚ ਬੜੇ ਭੈ ਭੀਤ ਹੋ ਗਏ ਸੀ। ਅਬ ਤੋ ਗਾਇਓ ਜਾਏ ਨਾ ਕੋਈ। ਕਹਿ ਲਗੇ ਸੱਚੇ ਪਾਤਸ਼ਾਹ ਵੀ ਆਪ ਤੋਂ ਤਾਂ ਸਾਨੂੰ ਬੜਾ ਡਰ ਲੱਗਣ ਲੱਗ ਪਿਆ ਜਦੋਂ ਦਰਸ਼ਨ ਕੀਤੇ ਹਨ। ਹੁਣ ਆਪ ਦੇ ਅੱਗੇ ਤਾਂ ਉਹ ਜਿਹੜਾ ਕਿੱਸਾ ਸਾਨੂੰ ਗਾਉਣਾ ਬੜਾ ਔਖਾ ਹੋ ਗਿਆ। ਲਾਜ ਆਪ ਤੇ ਮੁਝ ਕੋ ਆਵੇ। ਸੱਚੇ ਪਾਤਸ਼ਾਹ ਕਿੱਸਾ ਗਾਉਣ ਲੱਗਿਆ ਮੈਨੂੰ ਤਾਂ ਆਪ ਦੇ ਸਾਹਮਣੇ ਬੜੀ ਸ਼ਰਮ ਆਉਂਦੀ ਹੈ। ਸਮੁਖ ਬੋਲਬੋ ਨਾਹਿਨ ਭਾਵੇ। ਹੁਣ ਅਸੀਂ ਆਪ ਦੇ ਅੱਗੇ ਕੋਈ ਇਹੋ ਜਿਹੇ ਸਵਾਲ ਜਵਾਬ ਕਰਦੇ ਹੋਏ ਚੰਗੇ ਨਹੀਂ ਲੱਗਦੇ ਆ। ਤਬ ਗੁਰ ਦਈ ਕਨਾਤ ਤਨਾਈ। ਇਹ ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗਾ ਵੀ ਜੇ ਤੁਹਾਨੂੰ ਬਹੁਤੀ ਸ਼ਰਮ ਹੀ ਆਉਂਦੀ ਹੈ, ਅਸੀਂ ਫਿਰ ਤੁਹਾਡੇ ਅੱਗੇ ਇੱਕ ਕਨਾਤ ਤਣਾ ਦਿੰਨੇ ਆ। ਸਭ ਕੀ ਓਟੈ ਤਾਹੇ ਬਿਠਾਈ। ਉਸ ਕਨਾਤ ਦੇ ਉੱਲੇ ਹੋ ਕੇ ਦਾ ਤੁਸੀਂ ਉਹ ਜਿਹੜਾ ਕਿੱਸਾ ਸੱਸੀ ਪੁਨੀ ਦਾ ਸਾਨੂੰ ਸੁਣਾ ਸਕਦੇ ਹੋ। ਪ੍ਰਭ ਕੋ ਹੁਕਮ ਮਾਨ ਕਰ ਗਾਇਓ। ਪਰ ਇਹਨਾਂ ਨੇ ਫਿਰ ਸਤਿਗੁਰੂ ਜੀ ਦਾ ਹੁਕਮ ਮੰਨ ਕਰਕੇ ਉਹ ਜਿਹੜਾ ਕਿੱਸਾ ਆਪਣੀ ਜ਼ਬਾਨ ਤੋਂ ਗਾਉਣਾ ਕੀਤਾ ਸੀ। ਤਹੂ ਰਾਤ ਸਮ ਰਸ ਨਹਿ ਪਾਇਓ। ਪਰ ਜਿਹੜਾ ਰਸ ਰਾਤ ਦੇ ਟਾਈਮ ਤੇ ਬਣਿਆ ਹੋਇਆ ਸੀ ਉਸ ਤਰ੍ਹਾਂ ਤਾਂ ਨਹੀਂ ਤੋਂ ਇਹਨਾਂ ਤੋਂ ਗਾ ਹੋਇਆ। ਪਰ ਇੱਕ ਸਤਿਗੁਰੂ ਜੀ ਦੀ ਆਗਿਆ ਇਹਨਾਂ ਨੇ ਜ਼ਰੂਰ ਮੰਨ ਲਈ ਹੈ। ਧਨ ਦੀ ਕਰ ਤਿਸ ਕੀਓ ਨਿਹਾਲ। ਮਹਾਰਾਜ ਨੇ ਇਹਨਾਂ ਨੂੰ ਵੀ ਬਹੁਤ ਸਾਰੀ ਮਾਇਆ ਬੜਾ ਧਨ ਬਖਸ਼ ਕਰਕੇ ਨਿਹਾਲ ਕਰ ਦਿੱਤਾ ਸੀ। ਕਰੀ ਮੌਜ ਸ਼੍ਰੀ ਪ੍ਰਭੂ ਵਿਸਾਲ। ਆਪਣੀ ਮੌਤ ਦੇ ਵਿੱਚ ਆ ਕੇ ਦਸ਼ਮੇਸ਼ ਪਿਤਾ ਨੇ ਖੁੱਲੇ ਗੱਫੇ ਇਹਨਾਂ ਨੂੰ ਮਾਇਆ ਦੇ ਬਖਸ਼ ਦਿੱਤੇ ਹਨ। ਸੱਸੀ ਪਰ ਕਿਹ ਤਰਕ ਉਠਾਈ। ਉਸ ਸਮੇਂ ਸੱਸੀ ਔਰ ਪੁੰਨੂ ਦਾ ਨਾਮ ਸੁਣ ਕਰਕੇ ਕਈਆਂ ਦੇ ਮਨ ਦੇ ਵਿੱਚ ਬੜੀਆਂ ਤਰਕਾਂ ਦਲੀਲਾਂ ਪੈਦਾ ਹੋ ਗਈਆਂ ਸਨ। ਤਿਸ ਪ੍ਰਤ ਉੱਤਰ ਕਰਿਓ ਗੁਸਾਈ। ਉਹ ਸਮੇਂ ਸਤਿਗੁਰੂ ਜੀ ਨੇ ਇਹੋ ਜਿਹੇ ਪ੍ਰਮਾਣ ਦੇ ਕਰਕੇ ਉਹਨਾਂ ਤਰਕਵਾਦੀ ਸੇਵਕਾਂ ਨੂੰ ਸਮਝਾਇਆ ਸੀ। ਅੰਗੁਰ ਗੱਡੈ ਨਾ ਅਬਨੀ ਮਾਹੀ। ਵੀ ਦੇਖੋ
ਆਮ ਪ੍ਰਾਣੀ ਇੱਕ ਜਿਹੜੀ ਆਪਣੀ ਉਂਗਲੀ ਧਰਤੀ ਦੇ ਵਿੱਚ ਕਦੇ ਖਬੋ ਨਹੀਂ ਸਕੇਗਾ। ਜਿਤਨਾ ਮਰਜੀ ਜ਼ੋਰ ਲਗਾ ਲੇ, ਜੇ ਤਾਂ ਹੈ ਚਲੋ ਗਿੱਲੀ ਧਰਤੀ ਉੱਥੇ ਤਾਂ ਜ਼ਰੂਰ ਉਂਗਲ ਖੁੱਭ ਜਾਏਗੀ, ਪਰ ਆਮ ਥਾਵਾਂ 'ਤੇ ਤਾਂ ਉਂਗਲ ਕੱਢਣੀ ਵੀ ਧਰਤੀ ਦੇ ਵਿੱਚ ਬੜੀ ਔਖੀ ਹੈ। ਸਸਿਆ ਭਈ ਪਰਵੇਸ਼ਨ ਤਾਹੀ। ਪਰ ਸਤਿਗੁਰੂ ਜੀ ਕਹਿਣ ਲੱਗਾ ਵੀ ਉਸ ਨੇ ਤਾਂ ਬਜ਼ੋਗ ਦੇ ਵਿੱਚ ਆਪਣੇ ਪ੍ਰਾਣੀ ਤਿਆਗ ਦਿੱਤੇ ਸਨ। ਪ੍ਰੇਮ ਮਹਾਤਮਾ ਵੱਡੋਂ ਵਡੇਰਾ। ਇਹ ਜਿਹੜਾ ਇੱਕ ਪ੍ਰੇਮ ਦਾ ਮਾਤਮ ਸਾਰਿਆਂ ਨਾਲੋਂ ਵੱਡਿਆਂ ਤੋਂ ਵੀ ਵੱਡਾ ਹੈ। ਪ੍ਰਾਨ ਜਾਨ ਲਗ ਜਿਨਹੁ ਨਿਬੇਰਾ। ਜਿਨ੍ਹਾਂ ਨੇ ਪ੍ਰਾਣ ਜਾਣ ਤੱਕ ਵੀ ਇਸ ਸੱਚੇ ਪ੍ਰੇਮ ਨੂੰ ਨਿਭਾ ਕਰਕੇ ਦਿਖਾ ਦਿੱਤਾ ਸੀ। ਤਿਨ ਕੇ ਨਾਮ ਸਦਾ ਥਿਰ ਭਈ। ਸਤਿਗੁਰੂ ਜੀ ਕਹਿਣ ਲੱਗੇ ਫਿਰ ਉਹਨਾਂ ਦੇ ਜਿਹੜੇ ਨਾਮ ਹੀ ਦੁਨੀਆ ਦੇ ਵਿੱਚ ਸਦਾ ਦੇ ਲਈ ਸਥਿਰ ਰਹਿੰਦੇ ਨੇ ਨਾ, ਜਿਨ੍ਹਾਂ ਨੂੰ ਕੋਈ ਐਸਾ ਸੱਚਾ ਪ੍ਰੇਮ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਸੀ। ਲੱਖੋਂ ਬਰਖ ਬਖਾਨੇ ਗਈ। ਉਹਨਾਂ ਦੇ ਜਿਹੜੇ ਨਾਮਾਂ ਨੂੰ ਤਾਂ ਲੋਕ ਲੱਖਾਂ ਵਰ੍ਹਿਆਂ ਤੱਕ ਉਸੇ ਤਰ੍ਹਾਂ ਯਾਦ ਕਰਦੇ ਰਹਿੰਦੇ ਹਨ। ਗੁਰੂ ਪਰਮੇਸ਼ਰ ਸਨ ਜਿਨ ਪ੍ਰੇਮ। ਸਤਿਗੁਰੂ ਜੀ ਨੇ ਇਸ ਉਦਾਹਰਨ ਦੁਆਰਾ ਸਮਝਾਇਆ ਵੀ ਜਿਹੜੇ ਜਗਿਆਸੂਆਂ ਨੇ ਆਪਣੇ ਮਨ ਦਾ ਪ੍ਰੇਮ ਗੁਰੂ ਜਾਂ ਫਿਰ ਪਰਮੇਸ਼ਰ ਦੇ ਨਾਲ ਜੋੜਿਆ ਸੀ, ਸੀ ਤਤਕਾਲ ਪਾਵਤੀ ਛੀਮ। ਉਹ ਫਿਰ ਤਤਕਾਲ ਹੀ ਮੁਕਤੀ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ। ਬਿਨਾ ਪ੍ਰੇਮ ਫੋਕਟ ਸਭ ਜਤਨ। ਵੀ ਜਤਨਾ ਚਿਰ ਕੋਈ ਹਿਰਦੇ ਦੇ ਅੰਦਰ ਪ੍ਰੇਮ ਨਹੀਂ, ਸ਼ਰਧਾ ਨਹੀਂ, ਭਾਵਨਾ ਨਹੀਂ, ਉਤਨਾ ਚਿਰ ਫਿਰ ਜਿਹੜੇ ਕੀਤੇ ਹੋਏ ਕਰਮ ਉਹ ਵੀ ਕੋਈ ਵਿਸ਼ੇ ਤੌਰ 'ਤੇ ਜਗਿਆਸੂ ਨੂੰ ਫਲ ਨਹੀਂ ਦਿੰਦੇ ਹਨ। ਪ੍ਰੇਮ ਸੋ ਕਰਮਨ ਸਭ ਮਹਿ ਰਤਨ। ਇਹ ਜਿਹੜਾ ਪ੍ਰੇਮ ਸਾਰੇ ਸ੍ਰੇਸ਼ਟ ਕਰਮਾਂ 'ਚੋਂ ਇੱਕ ਬਹੁਤ ਵੱਡਾ ਅਮੋਲਕ ਰਤਨ ਹੈ। ਪ੍ਰੇਮੀ ਜਪ ਤਪ ਬਿਨ ਮਖ ਜੋਗ। ਵੀ ਜਿਹੜੇ ਪ੍ਰੇਮੀ ਪ੍ਰੇਮ ਤੋਂ ਬਗੈਰ ਜਪ ਤਪ ਜਾਂ ਫਿਰ ਵੱਡੇ ਵੱਡੇ ਜਗ ਕਰਦੇ ਹਨ। ਪ੍ਰਾਪਤ ਹੋਤ ਉਚੇਰੇ ਲੋਗ। ਵੀ ਜਿਨ੍ਹਾਂ ਨੇ ਪ੍ਰੇਮ ਦੇ ਸਹਿਤ ਚਾਹੇ ਜਗ ਕੀਤੇ ਨੇ, ਕੋਈ ਜਪ ਕਰਦਾ ਹੈ, ਕੋਈ ਤਪ ਕਰਦਾ ਹੈ, ਉਹ ਵੱਡੀਆਂ ਵੱਡੀਆਂ ਪਦਵੀਆਂ ਨੂੰ ਵੀ ਹਾਸਲ ਕਰ ਲੈਂਦੇ ਹਨ। ਇਤਿਆਦਿਕ ਮਹਿਮਾ ਮੁਖ ਗਾਈ। ਇਹ ਸਤਿਗੁਰੂ ਜੀ ਨੇ ਇਸ ਬਹਾਨੇ ਦੁਆਰਾ ਜਿਹੜੀ ਪ੍ਰੇਮ ਦੀ ਮਹਿਮਾ ਉਹਨਾਂ ਨੂੰ ਜਣਾਉਣੀ ਕੀਤੀ ਸੀ, ਜਿਨ੍ਹਾਂ ਦੇ ਮਨ ਦੇ ਅੰਦਰ ਸੁਣ ਕਰਕੇ ਬੜੀ ਤਰਕ ਪੈਦਾ ਹੋ ਗਈ ਹੈ। ਕਿਤਕ ਸਮੇਤ ਹੈ ਤੇਰੇ ਗੁਸਾਈ। ਸਤਿਗੁਰੂ ਜੀ ਨੇ ਥੋੜਾ ਟਾਈਮ ਕਿਲੇ ਦੇ ਵਿੱਚ ਬੈਠ ਕਰਕੇ ਬਤੀਤ ਕੀਤਾ ਸੀ। ਕਹਿਓ ਬਿਰਤਾਂਤ ਬਿਰਾੜਨ ਪੀਰ। ਉਹ ਸਮੇਂ ਜਿਹੜੇ ਸੀ ਬੈਰਾੜ ਮਹਾਰਾਜ ਦੇ ਪਾਸ ਰਹਿਣ ਵਾਲੇ ਸਨ। ਬਿਨੈ ਪਾਲ ਨਿਰਪ ਚੜਿਓ ਅਖੀਰ। ਸੱਚੇ ਪਾਤਸ਼ਾਹ ਵੀ ਇੱਕ ਦਫਾ ਜਿਹੜਾ ਸੀ ਪਟਨੇਰ ਦਾ ਰਾਜਾ ਬਿਨੈ ਪਾਲ, ਤੇ ਜਦੋਂ ਇਹ ਇਸ ਇਲਾਕੇ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਆਇਆ ਸੀ, ਜਬ ਉਦਿਆਨ ਵਿਖੇ ਚਲ ਗਇਓ। ਜਦੋਂ ਸ਼ਿਕਾਰ ਖੇਡਦਾ ਖੇਡਦਾ ਇਹ ਕਿਤੇ ਰੋਈਆਂ ਬੀਆਵਾਨਾਂ ਦੇ ਵਿੱਚ ਚਲਿਆ ਗਿਆ ਸੀ। ਕੌਤਕ ਏਕ ਬਿਲੋਕਤ ਭਇਓ। ਉਸ ਸਮੇਂ ਰਾਜੇ ਬਿਨੈ ਪਾਲ ਨੂੰ ਇਸ ਦੀ ਜਿਹੜੀ ਮਤਰੇ ਮਾਂ ਨੇ ਤੋਮਤ ਲਾ ਕਰਕੇ ਰਾਜ ਭਾਗ ਦੇ ਵਿੱਚੋਂ ਕਢਵਾ ਦਿੱਤਾ ਸੀ। ਸੋਚਿਆ ਵੀ ਜੇ ਇਹ ਰਹਿ ਗਿਆ, ਇਹ ਰਾਜ ਭਾਗ ਮੇਰੇ ਪੁੱਤਰ ਨੂੰ ਤਾਂ ਨਹੀਂ ਪ੍ਰਾਪਤ ਹੋਣਾ। ਇਹਦੀ ਮਤਰੇ ਮਾਂ ਨੇ ਇਹੋ ਜੀ
ਤੋਮਤ ਲਗਾ ਕਰਕੇ ਬਾਦਸ਼ਾਹ ਦੇ ਪਾਸ ਇਹਨੂੰ ਰਾਜ ਭਾਗ ਦੇ ਵਿੱਚੋਂ ਬਾਹਰ ਕਢਵਾ ਦਿੱਤਾ। ਇਹ ਵੀ ਵਿਚਾਰਾ 4 ਆਦਮੀਆਂ ਨੂੰ ਲੈ ਕਰਕੇ ਜਦੋਂ ਇਸ ਇਲਾਕੇ ਦੇ ਵਿੱਚ ਪਹੁੰਚਿਆ ਜਿੱਥੇ ਅੱਲੜ ਨਾਮ ਦਾ ਦਰਿਆ ਵਗਦਾ ਸੀ, ਇੱਥੇ ਰਹਿ ਕਰਕੇ ਨੇ ਸ਼ਿਕਾਰ ਖੇਡਦਿਆਂ ਆਪਣਾ ਗੁਜ਼ਾਰਾ ਕਰਨਾ। ਜੰਗਲਾਂ ਬੀਆਬਾਨਾਂ ਦੇ ਵਿੱਚ ਇਹਨੇ ਆਪਣੇ ਪਾਸ ਗਊਆਂ ਵਗੈਰਾ ਵੀ ਰੱਖ ਲਈਆਂ ਸਨ। ਅਚਾਨਕ ਹੀ ਇਹਦਾ ਜਿਹੜਾ ਮਿਲਾਪ ਕਿਹੋ ਜਿਹੇ ਜੋਗੀ ਜਨ ਦੇ ਨਾਲ ਹੋਇਆ, ਉਹਦੀ ਵੀ ਇਹਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਜਦੋਂ ਸੇਵਾ ਕਰਦਿਆਂ ਕਈ ਸਾਲ ਬਤੀਤ ਹੋ ਗਏ, ਖੁਸ਼ ਹੋ ਕਰਕੇ ਉਸ ਜੋਗੀ ਨੇ ਇਹਨੂੰ ਜਿਹੜਾ ਇੱਕ ਚਾਂਦੀ ਹੈ, ਕਲੀ ਹੈ, ਇਹ ਤੋਂ ਸੋਨਾ ਬਣਾਉਣ ਦਾ ਨੁਕਸਾ ਦੱਸ ਦਿੱਤਾ। ਬਹੁਤ ਸਾਰੇ ਇੱਥੇ ਬਣਜਾਰੇ ਲੋਕ ਵੀ ਦਰਿਆ ਦੇ ਕਿਨਾਰੇ 'ਤੇ ਰਹਿਣ ਵਾਲੇ ਸੀ। ਇਹ ਸੀ ਬੜਾ ਯੋਧਾ ਸੂਰਮਾ। ਉਹਨਾਂ ਵਿਚਾਰਿਆਂ ਨੂੰ ਮਾਰ ਕੁੱਟ ਕਰਕੇ ਆਪਣੇ ਸੇਵਕ ਬਣਾ ਲਏ। ਰੋਜ਼ਾਨਾ ਇਸ ਜੋਗੀ ਦੀ ਸੇਵਾ ਕਰਨ ਲੱਗ ਪਿਆ। ਜਾਣ ਮੌਕੇ ਉਹਨੇ ਜਦੋਂ ਇਹੋ ਜਿਹਾ ਨੁਕਸਾ ਦੇ ਦਿੱਤਾ ਇਹਨੇ ਫਿਰ ਉਹਨਾਂ ਬਣਜਾਰਿਆਂ ਦੇ ਕੋਲੋਂ ਚਾਂਦੀ ਹੈ, ਕਲੀ ਮੰਗਾ ਕਰਕੇ ਹੌਲੀ ਹੌਲੀ ਸੋਨਾ ਤਿਆਰ ਕਰ ਲਿਆ। ਦੇ ਨਾਲ ਬੜੀ ਮਾਇਆ ਕਮਾ ਲਈ, ਧਨ ਜਮ੍ਹਾਂ ਕਰਕੇ ਕਾਫੀ ਫੌਜਾਂ ਵੀ ਇਹਨੇ ਆਪਣੇ ਪਾਸ ਜਮ੍ਹਾਂ ਕਰ ਲਈਆਂ। ਅਤੇ ਉੱਧਰੋਂ ਜਿਹੜਾ ਸੀ ਪਟਨੇਰ ਰਾਜੇ ਦਾ ਪੁੱਤਰ, ਉਹ ਵੀ ਇਹਦੇ ਉੱਪਰ ਚੜ੍ਹਾਈ ਕਰਕੇ ਆ ਗਿਆ। ਪਰਮਾਤਮਾ ਦੀ ਐਸੀ ਖਹਿਲ ਵਰਤੀ, ਜੰਗ ਕਰਦਿਆਂ ਉਹਦੀ ਹੋ ਗਈ ਮੌਤ। ਫਿਰ ਇਹ ਰਾਜਾ ਬਿਨੈਪਾਲ 2 ਇਲਾਕਿਆਂ ਦਾ ਜਦੋਂ ਮਾਲਕ ਬਣਿਆ ਸੀ, ਇਸ ਨੇ ਫਿਰ ਜਦੋਂ ਰੋਈਆਂ ਬੀਆਬਾਨਾਂ ਦੇ ਵਿੱਚ ਇੱਕ ਐਸਾ ਖੇਲ ਦੇਖਿਆ ਵੀ ਜਿਹੜੀ ਇੱਕ ਤਾਜੀ ਸੂਈ ਹੋਈ ਬੱਕਰੀ ਉਹ 2 ਬਘਿਆੜਿਆਂ ਦੇ ਨਾਲ ਪੈੜਨ ਲੱਗ ਪਈ। 2 ਬਘਿਆੜਾਂ ਤੋਂ ਆਪਣੇ ਬੱਚਿਆਂ ਦਾ ਬਚਾਅ ਕਰ ਰਹੀ ਹੈ। ਅਚਾਨਕ ਹੀ ਇਹਦੀ ਪੈ ਗਈ ਨਿਗਾਹ। ਇਹਨੇ ਬਘਿਆੜ ਉਸ ਸਮੇਂ ਮਾਰ ਦਿੱਤੇ। ਸੋਚਿਆ ਵੀ ਦੇਖੋ, ਇੱਕ ਵਿਚਾਰੀ ਬੱਕਰੀ ਬਹੁਤ ਨਾਜ਼ੁਕ ਸਰੀਰ ਵਾਲੀ, ਜਿਹਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ 2 ਬਘਿਆੜਾਂ ਦਾ ਕਿਵੇਂ ਮੁਕਾਬਲਾ ਕੀਤਾ। ਸੋਚਿਆ ਵੀ ਇਹ ਤਾਂ ਕੋਈ ਇਹੋ ਜਿਹੀ ਅਜਿੱਤ ਜਗ੍ਹਾ ਵੀ ਜਿਹਨੂੰ ਕੋਈ ਜਿੱਤ ਨਹੀਂ ਸਕਦਾ। ਉੱਥੇ ਫਿਰ ਇਹਨੇ ਆਪਣਾ ਕਿਲ੍ਹਾ ਬਣਾਉਣ ਵਾਸਤੇ ਤਿਆਰੀ ਜਦੋਂ ਸ਼ੁਰੂ ਕੀਤੀ, ਪਰ ਹੁਣ ਕਿਲ੍ਹਾ ਬਣਾਉਣ ਵਾਸਤੇ ਬੜੇ ਮਜ਼ਦੂਰ ਔਰ ਕਾਰੀਗਰਾਂ ਦੀ ਵੀ ਲੋੜ ਪੈਂਦੀ ਹੈ। ਨਾ ਕੋਈ ਨਾ ਵਿਚਾਰੇ ਨੂੰ ਮਿਹਨਤੀ ਲੋਕ ਲੱਭੇ। ਅਖੀਰ ਨੂੰ ਜਿਹੜੇ ਬਹੁਤ ਸਾਰੇ ਜ਼ਿਮੀਦਾਰ ਇਹਨੂੰ ਆਪਣਾ ਪੱਕੀ ਹੋਈ ਫਸਲ ਦਾ ਹਿੱਸਾ ਜੋ ਵੀ ਜਿਹਨੂੰ ਸਰਕਾਰੀ ਮਾਮਲਾ ਕਹਿ ਦਿੰਦੇ ਹਨ, ਉਹ ਜਮ੍ਹਾਂ ਕਰਾਇਆ ਕਰਦੇ ਸੀ। ਇਹਨੇ ਸੋਚਿਆ ਵੀ ਮਜ਼ਦੂਰ ਤਾਂ ਇੱਥੇ ਕੋਈ ਮਿਲਦਾ ਨਹੀਂ। ਉਹਨਾਂ ਜ਼ਿਮੀਦਾਰਾਂ ਨੂੰ ਕਹਿਣ ਲੱਗਾ ਵੀ ਇਉਂ ਕਰੋ, ਜਿਤਨਾ ਕੁ ਤੁਸੀਂ ਅੰਨ ਮੈਨੂੰ ਦੇਣਾ ਨਾ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣਾ, ਉਤਨੀ ਕੁ ਇੱਥੇ ਮਿੱਟੀ ਲਿਆ ਕਰਕੇ ਪਾ ਦਿਓ। ਬੜੇ ਜਿਹੜੇ ਜ਼ਿਮੀਦਾਰ ਆਲੇ ਦੁਆਲੇ ਤੋਂ ਚੱਲ ਕਰਕੇ ਆ ਗਏ ਸਨ। ਉਸ ਸਮੇਂ ਬਹੁਤ ਵੱਡਾ ਜਿਹੜਾ ਕਿਲ੍ਹਾ ਰਾਜੇ ਬਿਨੈਪਾਲ ਜੋ ਪਟਨੇਰ ਦੇ ਇਲਾਕੇ ਦਾ ਰਹਿਣ ਵਾਲਾ ਸੀ, ਉਹਨੇ ਤਿਆਰ ਕਰਵਾਇਆ।
ਅਜਾ ਪਰਸੂਤਾ ਬ੍ਰਿਕ ਸੋ ਲੜੈ। ਦੇ ਲਿਆ ਰਾਜੇ ਬਨੇਪਾਲ ਨੇ ਵੀ ਇੱਕ ਬੱਕਰੀ ਅਨ ਬਘਿਆੜਾਂ ਦਾ ਦੇਖੋ ਕਿਵੇਂ ਸਾਹਮਣੇ ਮੁਕਾਬਲਾ ਕਰ ਰਹੀ ਹੈ। ਆਪਨੋ ਬਤਸ ਬਚਾਵਨ ਕਰੈ। ਉਹਨਾਂ ਦੋਵਾਂ ਬਘਿਆੜਾਂ ਤੋਂ ਬੱਕਰੀ ਨੇ ਆਪਣੇ ਬੱਚੇ ਬਚਾ ਲਏ ਸੀ। ਹਲ ਜੀਤ ਵੱਡ ਲਖਿਓ ਮਵਾਸੀ। ਦੇਖ ਲਿਆ ਵੀ ਇਹ ਤਾਂ ਅਜੀਤ ਜਗ੍ਹਾ, ਇਹਨੂੰ ਕੋਈ ਜਿੱਤਣ ਵਾਲਾ ਨਹੀਂ। ਇੱਥੇ ਤਾਂ ਬਹੁਤ ਕੋਈ ਵੱਡਾ ਇਹੋ ਜਿਹਾ ਮਵਾਸੀ ਕਿਲਾ ਤਿਆਰ ਕਰਨਾ ਪਏਗਾ। ਆਪਣੇ ਸਚਬਨ ਸਾਥ ਪ੍ਰਕਾਸ਼ੀ। ਆਪਣੇ ਵਜ਼ੀਰਾਂ ਨੂੰ ਕਹਿਣ ਲੱਗਿਆ ਵੀ ਇਹ ਜਗ੍ਹਾ ਮੈਨੂੰ ਬੜੀ ਜਿੱਤ ਲੱਗਦੀ ਹੈ, ਵੀ ਜਿਹਨੂੰ ਕੋਈ ਜਿੱਤ ਨਹੀਂ ਸਕਦਾ। ਇਸ ਥਾਂ 'ਤੇ ਆਪਾਂ ਨੇ ਬਹੁਤ ਵੱਡਾ ਇੱਕ ਕਿਲਾ ਤਿਆਰ ਕਰਵਾਉਣਾ ਹੈ। ਸ਼ੀਗਰ ਦੁਰਗ ਕੋ ਪਾਵਨ ਕਰੀਏ ਹੈ। ਵੀ ਛੇਤੀ ਤੋਂ ਛੇਤੀ ਇੱਥੇ ਬਹੁਤ ਵੱਡਾ ਕਿਲਾ ਤਿਆਰ ਹੋਣਾ ਚਾਹੀਦਾ ਹੈ। ਗਿਆਨੀ ਗਿਆਨ ਸਿੰਘ ਜੀ ਵੀ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਲਿਖਦੇ ਨੇ ਵੀ ਜਦੋਂ ਇਹ ਕਿਲਾ ਬਣਾਉਣ ਲੱਗਿਆ ਉਹਦੀ ਨੀਂਹ ਨਾ ਟਿਕੇ ਕਿਤੇ ਵੀ। ਫਿਰ ਜੋਤਸ਼ੀਆਂ ਨੂੰ ਬੁਲਾਇਆ ਵੀ ਦੱਸੋ ਹੁਣ ਕੀ ਕੀਤਾ ਜਾਏ। ਇਹਦੀ ਤਾਂ ਹੁਣ ਥੱਲੇ ਨੀਂਹ ਟਿਕਣ ਦੇ ਵਿੱਚ ਨਹੀਂ ਆਉਂਦੀ। ਉਸ ਸਮੇਂ ਕਹਿਣ ਲੱਗੇ ਵੀ ਕੋਈ ਇਹੋ ਜਿਹਾ ਸੁੰਦਰ ਸਰੂਪ ਅਤੇ ਸੋਹਣਾ ਮਨੁੱਖ ਲੱਭ ਕੇ ਲਿਆਓ, ਉਹਦੀ ਬਲੀ ਦੇਣੀ ਪਊ ਤਾਂ ਫਿਰ ਇਸ ਕਿਲ੍ਹੇ ਦੀ ਨੀਂਹ ਟਿਕੇਗੀ। ਉਸ ਸਮੇਂ ਇਹਦੀ ਜਿਹੜੀ ਨਜ਼ਰ ਅਚਾਨਕੀ ਆਪਣਾ ਜਿਹੜਾ ਇਹਦਾ ਵਜ਼ੀਰ, ਉਹਦਾ ਨਾਮ ਸੀ ਠੰਡਾ, ਉਹਦੇ ਉੱਪਰ ਪੈ ਗਈ। ਸੋਚਣ ਲੱਗਿਆ ਵੀ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਜਿਹੜੇ ਜਿਹੜੇ ਚ ਨਾ ਜੋ ਤੁਸੀਂ ਦੱਸਦੇ ਹਨ ਇਹ ਤਾਂ ਮੇਰੇ ਵਜ਼ੀਰ ਦੇ ਵਿੱਚ ਹੀ ਪਾਏ ਜਾਂਦੇ ਨੇ। ਉਸ ਸਮੇਂ ਠੰਡੇ ਨਾਮ ਦੇ ਵਜ਼ੀਰ ਨੇ ਦੇਖ ਲਿਆ ਵੀ ਹੁਣ ਇਹਨੇ ਮੈਨੂੰ ਜਿਉਂਦਾ ਤਾਂ ਛੱਡਣਾ ਨਹੀਂ। ਇਹਦੀ ਨਿਗਾਹ ਮੇਰੇ ਉੱਪਰ ਪੈ ਚੁੱਕੀ ਹੈ, ਕਿਉਂ ਨਾ ਹੋਵੇ ਮੈਂ ਆਪਣੇ ਆਪ ਹੀ ਬਲੀ ਦੇ ਦਿੰਦਾ ਹਾਂ। ਉਸ ਸਮੇਂ ਕਹਿਣ ਲੱਗਿਆ ਵੀ ਮੇਰੀ ਬਲੀ ਦੇ ਦਿਓ, ਹੋਰ ਤਾਂ ਇੱਥੇ ਕੋਈ ਇਹੋ ਜਿਹਾ ਸੋਹਣਾ ਸੁੰਦਰ ਸਰੂਪ ਵਾਲਾ ਪ੍ਰਾਣੀ ਆਪਾਂ ਨੂੰ ਲੱਭਣਾ ਨਹੀਂ, ਪਰ ਮੇਰੀ ਯਾਦ ਜ਼ਰੂਰ ਰਹਿਣੀ ਚਾਹੀਦੀ ਆ। ਉਹਨੇ ਫਿਰ ਠੰਡੇ ਸ਼ਬਦ ਦੇ ਨਾਲ ਅੱਗੇ ਬੱਬਾ ਲਾਤਾ ਵੀ ਬਠਿੰਡਾ। ਪਹਿਲਾ ਪ੍ਰਾਤ ਨਾਮ ਇਹਦਾ ਬਠਿੰਡਾ ਵੀ ਇਲਾਕੇ ਦੇ ਵਿੱਚ ਚਲਿਆ ਆਉਂਦਾ ਹੈ। ਉਸ ਦੇ ਨਾਮ ਦੇ ਫਿਰ ਇਹਨੇ ਜਿਹੜਾ ਹੈ ਬਠਿੰਡੇ ਦਾ ਕਿਲਾ ਬੰਨਣਾ ਕੀਤਾ ਸੀ। ਜਿਤ ਕਿਤ ਤੇ ਨਰ ਪੁੰਜ ਕਰੀਏ ਹੈ। ਉਸ ਸਮੇਂ ਰਾਜੇ ਬਿਨੈਪਾਲ ਨੇ ਆਲੇ ਦੁਆਲੇ ਬਹੁਤ ਸਾਰੇ ਜਿਹੜੇ ਜ਼ਿਮੀਦਾਰ ਲੋਕ ਹੀ ਇਸ ਥਾਂ 'ਤੇ ਇਕੱਠੇ ਕਰ ਲਏ ਸੀ। ਨਰ ਖੋਜੇ ਨਹਿ ਪਾਵਤ ਘਨੀ। ਹੁਣ ਦੇ ਲਿਆ ਇੱਥੇ ਹੁਣ ਸੈਂਕੜੇ ਕੋਹਾਂ ਤੱਕ ਰੋਈਆਂ ਬਿਆਬਾਨ ਤਾਂ ਪਏ ਹਨ। ਆਬਾਦੀ ਵੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਘੱਟ ਹੀ ਹਿੰਦੁਸਤਾਨ ਦੀ ਹੋਇਆ ਕਰਦੀ ਸੀ। ਜਾਣਿਓ ਸ਼ੀਗਰ ਦੁਰਗ ਨਹਿ ਬਨੇ। ਸੋਚਿਆ ਵੀ ਜਿਤਨੀ ਜਲਦੀ ਮੈਂ ਚਾਹੁੰਦਾ ਹੁਣ ਉਤਨੀ ਛੇਤੀ ਤਾਂ ਇਤਨਾ ਵੱਡਾ ਕਿਲਾ ਇੱਥੇ ਰੋਈਆਂ ਬਿਆਬਾਨ ਜੰਗਲਾਂ ਦੇ ਵਿੱਚ ਬਣਨਾ ਬੜਾ ਔਖਾ ਹੈ। ਭਾਗ ਹਾਕਮੀ ਜਿਤ ਕਾ ਨਾਜੀ। ਜਿਤਨੇ ਵੀ ਜ਼ਿਮੀਦਾਰ ਜੋ ਆਪਣੀ ਪੱਕੀ ਹੋਈ ਫਸਲ ਦਾ ਹਿੱਸਾ ਇਹਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ ਕਰਦੇ ਸੀ। ਛੋਰ ਦੀਨ ਰਾਹਕ ਕੋ ਰਾਜੀ। ਹੁਣ ਪੱਕੀ ਹੋਈ ਫਸਲ ਦਾ ਸਾਰਾ ਹਿੱਸਾ ਕਿਸਾਨਾਂ ਨੂੰ ਇਹਨੇ ਆਪਣੇ ਵੱਲੋਂ ਛੱਡ ਦਿੱਤਾ ਸੀ। ਤਿਤ ਕਾ ਮ੍ਰਿਤ ਕਾ ਦੁਰਗ ਪਵਾਈ। ਕਹਿ ਲੱਗਿਆ ਵੀ ਓਨੀ ਕੁ ਇੱਥੇ ਮਿੱਟੀ ਲਿਆ ਕੇ ਪਾ ਦਿਓ ਮੇਰੇ ਕਿਲੇ 'ਚ, ਜਿਤਨਾ ਕਿ ਤੁਸੀਂ ਪੱਕਿਆ ਹੋਇਆ ਅੰਨ ਮੇਰੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣਾ। ਮਿਲੇ ਆਨ ਮਾਨਵ ਸਮੁਦਾਈ। ਇਹ ਸੁਣ ਕਰਕੇ ਤਾਂ ਆਲੇ ਦੁਆਲੇ ਇਲਾਕੇ 'ਚੋਂ ਬੜੇ ਹੀ ਜ਼ਿਮੀਦਾਰ ਇਕੱਠੇ ਹੋ ਕੇ ਇਹਦੇ
ਪਾਸ ਪਹੁੰਚ ਗਏ ਸਨ। ਇਸ ਪ੍ਰਕਾਰ ਤੋਰਨ ਬਨਵਾਵਾ। ਇਹ ਜਿਹੜਾ ਬਠਿੰਡੇ ਦਾ ਕਿਲ੍ਹਾ ਇਹਨੇ ਥੋੜ੍ਹੇ ਟਾਈਮ ਦੇ ਅੰਦਰ ਹੀ ਤਿਆਰ ਕਰਵਾ ਦਿੱਤਾ ਸੀ। ਅਧ ਕਉ ਤੰਗ ਮਵਾਸ ਚਿਨਾਵਾ। ਬਹੁਤ ਉੱਚਾ ਤੇ ਚੌੜਾ ਕਿਲ੍ਹਾ ਇਹਨੇ ਆਪਣੇ ਵੱਲੋਂ ਤਿਆਰ ਕਰਵਾਇਆ ਸੀ। ਸੁਨੀ ਸੁਰੰਗ ਬੀਚ ਇਸ ਕੀਨ। ਉਸ ਸਮੇਂ ਬਹਿਰਾਣਾ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ ਵੀ ਇਹ ਗੱਲ ਵੀ ਸੁਣਨ ਦੇ ਵਿੱਚ ਆਉਂਦੀ ਹੈ ਵੀ ਇਹਦੇ ਅੰਦਰ ਰਾਜੇ ਨੇ ਨਾ ਬਹੁਤ ਵੱਡੀ ਇੱਕ ਸੁਰੰਗ ਵੀ ਉਸ ਟਾਈਮ 'ਤੇ ਤਿਆਰ ਕਰਵਾਈ ਸੀ। ਗੱਡ ਪਟਨੀਰ ਲੱਗੋ ਚਿੰਨ ਦੀਨ। ਉਸ ਨੇ ਪਟਨੇਰ ਤੱਕ ਅੰਦਰੋਂ ਅੰਦਰ ਹੀ ਧਰਤੀ ਦੇ ਥੱਲੋਂ ਦੀ ਬਹੁਤ ਵੱਡੀ ਸੁਰੰਗ ਵੀ ਚਣਵਾ ਦਿੱਤੀ ਸੀ। ਇਤਿਆਦਿਕ ਕੁਛ ਅਪਰ ਪ੍ਰਸੰਗ। ਇਹੋ ਜਿਹੇ ਪ੍ਰਵਚਨ ਉਸ ਸਮੇਂ ਮਹਾਰਾਜ ਨੇ ਬਹਿਰਾਣਾ ਦੇ ਨਾਲ ਬੈਠ ਕਰਕੇ ਕੀਤੇ ਸੀ। ਕਰੀ ਸੁਨਾਬਨਾ ਸਤਿਗੁਰ ਸੰਗ। ਕੇਵਲ ਤੇ ਕੇਵਲ ਸੰਗਤਾਂ ਦੀ ਬਾਖ ਵੀ ਵਾਸਤੇ ਮਹਾਰਾਜ ਨੇ ਇਹ ਬਚਨ ਸੁਣਾਏ ਸੀ। ਭਈ ਤਿਆਰ ਅਗਲੀ ਭੁਨ ਸਾਰਾ। ਅਗਲੇ ਦਿਨ ਸਤਿਗੁਰੂ ਜੀ ਨੇ ਆਪਣੇ ਜਿਹੜੇ ਡੇਰੇ ਤੋਂ ਅੱਗੇ ਨੂੰ ਕੂਚ ਕਰ ਦਿੱਤੇ ਸੀ। ਹੈ ਪਰ ਜੀਨ ਡਾਰ ਅਸਵਾਰਾ। ਸੇਵਕਾਂ ਨੇ ਘੋੜੇ ਦੇ ਉੱਪਰ ਕਾਠੀ ਪਾ ਕੇ ਮਹਾਰਾਜ ਦੇ ਅੱਗੇ ਖੜਾ ਕਰ ਦਿੱਤਾ ਸੀ। ਉਲੰਘ ਪੰਥ ਕੀਤਕ ਜਬ ਆਈ। ਜਦੋਂ ਮਹਾਰਾਜ ਨੇ ਥੋੜਾ ਜਿਹਾ ਆਪਣਾ ਪਿੰਡਾ ਤੈਅ ਕੀਤਾ ਸੀ। ਡੇਰਾ ਸੰਮੀ ਗ੍ਰਾਮ ਸੋ ਪਾਈ। ਚਲਦਿਆਂ ਜਿਹੜਾ ਸੀ ਸੰਮੀ ਨਾਮ ਦਾ ਪਿੰਡ, ਉੱਥੇ ਸਤਿਗੁਰੂ ਜੀ ਨੇ ਡੇਰੇ ਲਗਾ ਦਿੱਤੇ ਹਨ। ਤੈਂ ਕੀ ਨਰ ਨਾ ਆਈ ਕਰ ਜੋਰੀ। ਉੱਥੋਂ ਦੇ ਜਿਹੜੇ ਲੋਕ ਇਕੱਠੇ ਹੋ ਕੇ ਮਹਾਰਾਜ ਦੇ ਅੱਗੇ ਹੱਥ ਜੋੜਨ ਲੱਗ ਪਏ ਸੀ। ਜਥਾ ਸ਼ਕਤ ਧਰ ਅਗਰ ਅਕੋਰੀ। ਇਹਨਾਂ ਨੇ ਵੀ ਜਥਾ ਜੋ ਭੇਟਾ ਮਹਾਰਾਜ ਦੇ ਅੱਗੇ ਲਿਆ ਕਰਕੇ ਅਰਪਣ ਕਰ ਦਿੱਤੀ ਹੈ। ਦਰਸ਼ਨ ਕਰ ਪਦ ਬੰਦਤ ਸਾਰੀ। ਸਾਰੇ ਨਗਰ ਨਿਵਾਸੀਆਂ ਨੇ ਆ ਕਰਕੇ ਸਤਿਗੁਰੂ ਜੀ ਦੇ ਡੇਰੇ ਦੇ ਵਿੱਚ ਹੀ ਦੀਦਾਰ ਕੀਤੇ ਸੀ। ਦੁਗਧ ਦਦੀ ਲਈ ਧਰਿਓ ਅਗਾਰੀ। ਮਹਾਰਾਜ ਦੇ ਅੱਗੇ ਦਹੀਂ ਵੀ ਦੁੱਧ ਵੀ ਵੱਡੇ ਵੱਡੇ ਬਰਤਨਾਂ ਦੇ ਵਿੱਚ ਪਾ ਕਰਕੇ ਅੱਗੇ ਰੱਖ ਦਿੱਤੀ ਹੈ। ਤ੍ਰਿਨ ਦਾਨਾ ਘੋਰਨ ਕੋ ਦੀਨ। ਪੌੜਿਆਂ ਦੇ ਲਈ ਇਹਨਾਂ ਨਗਰ ਨਿਵਾਸੀਆਂ ਨੇ ਬੜਾ ਦਾਣਾ ਵੀ ਔਰ ਘਾਹ ਵੀ ਖੋਦ ਕਰਕੇ ਲਓ ਸਮੇਂ ਹਾਜ਼ਰ ਕਰ ਦਿੱਤਾ ਸੀ। ਰਸਤ ਪੁਚਾਈ ਦੇਗ ਸੋ ਕੀਨ। ਜੋ ਵੀ ਲੰਗਰ ਦੇ ਵਿੱਚ ਜੋਧੇ ਸੂਰਮਿਆਂ ਦੇ ਲਈ ਰਸਤਾ ਵਸਤਾਂ ਦੀ ਲੋੜ ਹੈ, ਸਾਰੀਆਂ ਵਸਤੂਆਂ ਇਹਨਾਂ ਨੇ ਆਪਣੇ ਆਪ ਹੀ ਮਹਾਰਾਜ ਦੇ ਚਰਨਾਂ 'ਚ ਪਹੁੰਚਾ ਦਿੱਤੀਆਂ ਹਨ। ਸੁਪਤ ਜਥਾ ਸੁਖ ਰਾਤ ਬਿਤਾਈ। ਇੱਥੇ ਵੀ ਸਰਬਗੰਤਰਜਾਮੀ ਸਤਿਗੁਰੂ ਜੀ ਨੇ ਇੱਕ ਰਾਤ ਬੜੇ ਸੁੱਖਾਂ ਦੇ ਨਾਲ ਲੰਘਾਈ ਹੈ। ਪ੍ਰਾਤ ਭਈ ਚੜ੍ਹ ਕੇ ਸੁਖਦਾਈ। ਜਦੋਂ ਹੋ ਗਿਆ ਥੋੜਾ ਜਿਹਾ ਪੌ ਫਟਾਲਾ, ਫਿਰ ਮਹਾਰਾਜ ਨੇ ਅੱਗੇ ਨੂੰ ਡੇਰੇ ਕੂਚ ਕਰ ਦਿੱਤੇ ਸਨ। ਆਨ ਦਮ ਦਮੇ ਕੀਨ ਸਡੇਰਾ। ਸਤਿਗੁਰੂ ਜੀ ਨੇ ਵਾਪਸ ਆ ਕੇ ਗੁਰੂ ਕੀ ਕਾਂਸੀ ਸਾਹਿਬਾ ਕੀ ਤਲਵੰਡੀ ਦੇ ਵਿੱਚ ਆਪਣੇ ਡੇਰੇ ਲਗਾ ਦਿੱਤੇ ਨੇ। ਡੱਲਾ ਮਿਲਿਓ ਆਨ ਤਿਸ ਬੇਰਾ। ਉਸ ਵਕਤ ਢੱਲੇ ਚੌਧਰੀ ਨੇ ਵੀ ਦਸ਼ਮੇਸ਼ ਪਿਤਾ ਦਾ ਆ ਕਰਕੇ ਦਰਸ਼ਨ ਕੀਤਾ ਸੀ। ਬੰਦਨ ਕਰੀ ਚਰਨ ਅਰਬਿੰਦ। ਦੋਵੇਂ ਹੱਥ ਜੋੜ ਕਰਕੇ ਨੇ ਵੀ ਮਹਾਰਾਜ ਦੇ ਚਰਨਾਂ ਤੇ ਬਾਰ-ਬਾਰ ਮੱਥਾ ਟੇਕਿਆ। ਬੈਠ ਨਿਕਟਤ ਹੈ ਨਰ ਮਿਲ ਬ੍ਰਿੰਦ। ਹੋਰ ਵੀ ਬਹੁਤ ਸਾਰੀਆਂ ਸੰਗਤਾਂ ਆਲੇ ਦੁਆਲੇ ਇਲਾਕੇ ਚੋਂ ਚੱਲ ਕਰਕੇ ਪਹੁੰਚ ਗਈਆਂ ਹਨ। ਦਿਆਲ ਦਾਸ ਸਕਟਾ ਪਰ ਜੋਈ। ਉਹ ਤਰ੍ਹਾਂ ਭਾਈ ਦਿਆਲ ਦਾਸ ਜੀ ਨੇ ਕੜਾ ਪ੍ਰਸ਼ਾਦ
ਲੰਗਰ ਪਾਣੀ ਜੋ ਵੀ ਇਹਨੇ ਆਪਣੇ ਗੱਡਿਆਂ ਦੇ ਵਿੱਚ ਲੱਦਿਆ ਹੋਇਆ ਸੀ। ਸੰਗ ਲਿਏ ਫਿਰ ਲਿਆਇਓ ਸੋਈ। ਹੁਣ ਭਾਈ ਦਿਆਲਦਾਸ ਜੀ ਨੇ ਉਹ ਜਿਹੜਾ ਰਸਤਾ ਬਸਤਾ ਔਰ ਗੁਰੂ ਕੇ ਲੰਗਰਾਂ ਦਾ ਭਰਿਆ ਹੋਇਆ ਗੱਡਾ ਮਹਾਰਾਜ ਦੇ ਪਿੱਛੇ ਹੀ ਲਗਾਇਆ ਹੋਇਆ ਸੀ। ਰਾਮ ਸਿੰਘ ਤਬ ਅਰਜ ਬਖਾਨੀ। ਉਸ ਸਮੇਂ ਭਾਈ ਰਾਮ ਸਿੰਘ ਨੇ ਜਦੋਂ ਸਤਿਗੁਰੂ ਜੀ ਦਾ ਰੁੱਖ ਦੇ ਲਿਆ ਵੀ ਇਸ ਸਮੇਂ ਮਹਾਰਾਜ ਬਹੁਤ ਹੀ ਜ਼ਿਆਦਾ ਮੈਨੂੰ ਖੁਸ਼ ਪਰੇਸ਼ਾਨ ਲੱਗਦੇ ਹਨ। ਭਾਈ ਰਾਮ ਸਿੰਘ ਉਸ ਸਮੇਂ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰਨ ਲੱਗ ਪਿਆ ਸੀ। ਬਖਸ਼ੋ ਪ੍ਰਭੂ ਆਪਨੋ ਜਾਨੀ। ਸੱਚੇ ਪਾਤਸ਼ਾਹ ਭਾਈ ਦਿਆਲਦਾਸ ਜੀ ਨੂੰ ਵੀ ਆਪਣੇ ਚਰਨਾਂ ਦਾ ਸੇਵਕ ਜਾਣਦਿਆਂ ਹੋਇਆ ਬਖਸ਼ਣਾ ਕਰੋ। ਕਿਤਨੇ ਦਿਨ ਹੋ ਗਏ ਇਹਨੇ ਆਪਣੇ ਗੱਡੇ ਦੇ ਵਿੱਚ ਲੰਗਰ ਵੀ ਕੜਾਹ ਪ੍ਰਸ਼ਾਦ ਵੱਡੇ ਵੱਡੇ ਬਰਤਨਾਂ ਦੇ ਵਿੱਚ ਜੋ ਪਾ ਕਰਕੇ ਰੱਖਿਆ ਹੋਇਆ ਸੀ। ਮਹਾਰਾਜ ਇਹ ਵੀ ਆਪਦੀ ਹੁਣ ਸੇਵਾ ਹੀ ਕਰਨੀ ਚਾਹੁੰਦਾ ਹੈ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਭਾਈ ਰਾਮ ਸਿੰਘ ਦੀ ਅਰਜ਼ ਪ੍ਰਵਾਨ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਰਾਮ ਸਿੰਘ ਤਬ ਅਰਜ ਬਖਾਨੀ। ਬਖਸ਼ੋ ਪ੍ਰਭੂ ਆਪਨੋ ਜਾਨੀ। ਰਾਮ ਸਿੰਘ ਤਬ ਅਰਜ ਬਖਾਨੀ। ਬਖਸ਼ੋ ਪ੍ਰਭੂ ਆਪਨੋ ਜਾਨੀ। ਏ ਚੌਥੇ ਪਾਰ ਬ੍ਰਹਮਾ ਅਵਨਾਸੀ ਅਗ ਅਗਨਾਸ।